ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਗ 66 ਸ੍ਰੀ ਰਾਗ ਮਹਿਲਾ ਤੀਜਾ। ਪੰਖੀ ਬਿਰਖ ਸੁਹਾਵੜਾ ਸੱਚ ਚੁਗੈ ਗੁਰ ਭਾਈ। ਜਿਹੜਾ ਜੀ ਪੰਖੀ ਇਸ ਸਰੀਰ ਰੁੱਖ ਵਿੱਚ ਬੈਠਾ ਹੋਇਆ ਗੁਰੂ ਦੇ ਪ੍ਰੇਮ ਵਿੱਚ ਰਹਿ ਕੇ ਸਦਾ ਸਿਰ ਪ੍ਰਭੂ ਦਾ ਨਾਮ ਚੋਗਾ ਚੁੱਕਦਾ ਹੈ, ਉਹ ਸੋਹਣੇ ਜੀਵਨ ਵਾਲਾ ਹੋ ਜਾਂਦਾ ਹੈ। ਹਰ ਰਸ ਪੀਵੈ ਸਹਿਜ ਰਹੈ, ਉੜੇ ਨਾ ਆਵੈ ਜਾਏ। ਉਹ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ, ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਮਾਇਕ ਪਦਾਰਥਾਂ ਦੇ ਚੋਗੇ ਵੱਲ ਭਟਕਦਾ ਨਹੀਂ ਫਿਰਦਾ, ਇਸ ਵਾਸਤੇ ਜਨਮ ਮਰਨ ਦੇ ਗੇੜ ਤੋਂ ਬਚਿਆ ਰਹਿੰਦਾ ਹੈ। ਨਿਜ ਕਰ ਵਾਸਾ ਪਾਇਆ, ਹਰ ਹਰ ਨਾਮ ਸਮਾਏ। ਉਸ ਨੂੰ ਆਪਣੇ ਅਸਲ ਘਰ ਵਿੱਚ ਪ੍ਰਭੂ ਚਰਨਾਂ ਵਿੱਚ ਨਿਵਾਸ ਮਿਲਿਆ ਰਹਿੰਦਾ ਹੈ। ਉਹ ਸਦਾ ਪ੍ਰਭੂ ਦੇ ਨਾਮ ਵਿੱਚ ਲੀਨ ਰਹਿੰਦਾ ਹੈ। ਮਨ ਰੇ ਗੁਰ ਕੀ ਕਾਰ ਕਮਾਈ। ਹੇ ਮੇਰੇ ਮਨ, ਗੁਰੂ ਦੀ ਦੱਸੀ ਕਾਰ ਕਰ। ਗੁਰ ਕੇ ਭਾਣੇ ਜੇ ਚੱਲਹਿ, ਤਾਂ ਅਨ ਦਿਨ ਰਾਚੈ ਹਰਨਾਏ ਰਹਾਉ। ਜੇ ਤੂੰ ਗੁਰੂ ਦੇ ਹੁਕਮ ਵਿੱਚ ਤੁਰੇਂਗਾ ਤਾਂ ਤੂੰ ਹਰ ਵੇਲੇ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਰਹੇਂਗਾ। ਰਹਾਉ। ਪੰਖੀ ਬਿਰਖ ਸੁਹਾਵੜੇ ਉੜੇ ਚਹੁ ਦਿਸ ਜਾਹੇ। ਜਿਹੜੇ ਜੀ ਪੰਖੀ ਆਪੋ ਆਪਣੇ ਸਰੀਰ ਰੁੱਖਾਂ ਉੱਤੇ ਬੈਠੇ ਵੇਖਣ ਨੂੰ ਤਾਂ ਸੋਹਣੇ ਲੱਗਦੇ ਹਨ, ਪਰ ਮਾਇਕੀ ਪਦਾਰਥਾਂ ਦੇ ਚੋਗੇ ਪਿੱਛੇ ਉੜਦੇ ਫਿਰਦੇ ਨੇ, ਚੌਹੀਂ ਪਾਸੇ ਭਟਕਦੇ ਹਨ। ਜੇਤਾ ਉਡੈ ਦੁੱਖ ਘਣੇ ਨਿਤ ਦਾਜੈ ਤੈ ਬਿਰਲਾਹੇ। ਉਹ ਜਿਤਨਾ ਹੀ ਚੋਗੇ ਪਿੱਛੇ ਉੜਦੇ ਹਨ, ਉਤਨਾ ਹੀ ਵਧੇਕ ਦੁੱਖ ਸਹਾਰਦੇ ਹਨ, ਸਦਾ ਖਿੱਚਦੇ ਹਨ ਤੇ ਵਿਲਕਦੇ ਹਨ। ਬਿਨ ਗੁਰ ਮਹਿਲ ਨ ਜਾਪਈ, ਨਾ ਅੰਮ੍ਰਿਤ ਫਲ ਪਾਹੇ। ਗੁਰੂ ਦੀ ਸ਼ਰਨ ਤੋਂ ਬਿਨਾਂ ਉਹਨਾਂ ਨੂੰ ਪਰਮਾਤਮਾ ਦਾ ਟਿਕਾਣਾ ਦਿਸਦਾ ਨਹੀਂ, ਨਾ ਹੀ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਫਲ ਪ੍ਰਾਪਤ ਕਰ ਸਕਦੇ ਹਨ। ਗੁਰਮੁਖ ਬ੍ਰਹਮ ਹਰਿਆਵਲਾ, ਸਾਚੇ ਸਹਿਜ ਸੁਭਾਏ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਉਹ ਮਾਨੋ ਇੱਕ ਹਰਾ ਭਰਾ ਰੁੱਖ ਹੈ। ਉਹ ਬੜਭਾਗੀ ਮਨੁੱਖ ਸਦਾ ਸਿਰ ਪ੍ਰਭੂ ਵਿੱਚ ਜੁੜਿਆ ਰਹਿੰਦਾ ਹੈ, ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ ਵਿੱਚ ਮਗਨ ਰਹਿੰਦਾ ਹੈ। ਸਾਖਾ ਤੀਨ ਨਿਵਾਰੀਆਂ, ਏਕ ਸ਼ਬਦ ਲਿਵ ਲਾਏ। ਪਰਮਾਤਮਾ ਦੀ ਸਿਫਤ ਸਲਾਹ ਦੇ ਸ਼ਬਦ ਵਿੱਚ ਸੁਰਤ ਜੋੜ ਕੇ ਮਾਇਆ ਦੇ ਤਿੰਨ ਰੂਪ, ਤਿੰਨ ਟਾਹਣੀਆਂ ਉਸਨੇ ਦੂਰ ਕਰ ਲਈਆਂ ਹੋਈਆਂ ਹਨ। ਅੰਮ੍ਰਿਤ ਫਲ ਹਰ ਏਕ ਹੈ, ਆਪੇ ਦੇ ਖਵਾਏ। ਉਸ ਨੂੰ ਆਤਮਿਕ ਜੀਵਨ ਦੇਣ ਵਾਲਾ ਸਿਰਫ ਇੱਕ ਨਾਮ ਫਲ ਲੱਗਦਾ ਹੈ। ਪ੍ਰਭੂ ਮਿਹਰ ਕਰਕੇ ਆਪ ਹੀ ਉਸ ਨੂੰ ਇਹ ਫਲ ਚਖਾ ਦਿੰਦਾ ਹੈ। ਮਨ ਮੁਖ ਊਬੇ ਸੁੱਕ ਗਏ, ਨਾ ਫਲ ਤਿੰਨਾ ਛਾਓ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਨੋ ਉਹ ਰੁੱਖ ਹਨ ਜੋ ਖਲੋਤੇ ਖਲੋਤੇ ਹੀ ਸੁੱਕ ਗਏ ਹਨ। ਉਹਨਾਂ ਨੂੰ ਨਾ ਹੀ ਫਲ ਲੱਗਦਾ ਹੈ, ਨਾ ਹੀ ਉਹਨਾਂ ਦੀ ਛਾਂ ਹੁੰਦੀ ਹੈ, ਭਾਵ ਨਾ ਹੀ ਉਹਨਾਂ ਪਾਸ ਪ੍ਰਭੂ ਦਾ ਨਾਮ ਹੈ ਤੇ ਨਾ ਹੀ ਉਹ ਕਿਸੇ ਦੀ ਸੇਵਾ ਕਰਦੇ ਹਨ। ਤਿੰਨਾਂ ਪਾਸ ਨਾ ਬੈਸੀਐ, ਉਹਨਾਂ ਘਰ ਨਾ ਗਰਾਓ। ਉਹਨਾਂ ਦੇ ਪਾਸ ਬੈਠਣਾ ਨਹੀਂ ਚਾਹੀਦਾ, ਉਹਨਾਂ ਦਾ ਕੋਈ ਘਰ ਘਾਟ ਨਹੀਂ, ਉਹਨਾਂ ਨੂੰ ਕੋਈ ਆਤਮਿਕ ਸਹਾਰਾ ਨਹੀਂ ਮਿਲਦਾ। ਕੱਟੀਐ ਤੈ ਨਿਤ ਜਾਲੀਐ, ਉਹਨਾਂ ਸ਼ਬਦ ਨ ਨਾਉ। ਉਹ ਮਨਮੁਖ ਰੁੱਖ ਸਦਾ ਕੱਟੀਦੇ ਹਨ ਤੇ ਸਾਲੀਦੇ ਹਨ, ਭਾਵ ਮਾਇਆ ਦੇ ਮੋਹ ਦੇ ਕਾਰਨ ਉਹ ਨਿਤ ਦੁਖੀ ਰਹਿੰਦੇ ਹਨ। ਉਹਨਾਂ ਪਾਸ ਨਾ ਪ੍ਰਭੂ ਦੀ ਸਿਫਤ ਸਲਾਹ ਹੈ, ਨਾ ਪ੍ਰਭੂ ਦਾ ਨਾਮ ਹੈ। ਹੁਕਮੇ ਕਰਮ ਕਮਾਵਣੇ,
ਪਿਆ ਕਿਰਤ ਫਰਾਉਂ। ਪਰ हे ਪ੍ਰਭੂ, ਜੀਵਾਂ ਦੇ ਕੀ ਵਸ, ਤੇਰੇ ਹੁਕਮ ਵਿੱਚ ਹੀ ਜੀਵ ਕਰਮ ਕਮਾਉਂਦੇ ਹਨ। ਤੇਰੇ ਹੁਕਮ ਵਿੱਚ ਹੀ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹਨਾਂ ਨੂੰ ਜਨਮ ਮਰਨ ਦਾ ਫੇਰ ਪਿਆ ਰਹਿੰਦਾ ਹੈ। ਹੁਕਮੈ ਦਰਸ਼ਨ ਦੇਖਣਾ, ਜਹ ਭੇਜੇ ਤਹ ਜਾਉਂ। ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਨੂੰ ਤੇਰਾ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ। ਜਿੱਧਰ ਨੂੰ ਤੂੰ ਭੇਜਦਾ ਹੈ ਉੱਧਰ ਜੀਵਾਂ ਨੂੰ ਜਾਣਾ ਪੈਂਦਾ ਹੈ। ਹੁਕਮੈ ਹਰ ਹਰ ਮਨ ਵਸੈ, ਹੁਕਮੈ ਸ਼ਬਦ ਸਮਾਉਂ। ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਦੇ ਮਨ ਵਿੱਚ ਤੇਰਾ ਹਰ ਨਾਮ ਵਸਦਾ ਹੈ। ਤੇਰੇ ਹੁਕਮ ਵਿੱਚ ਹੀ ਤੇਰੇ ਸਦਾ ਸਥਿਰ ਸਰੂਪ ਵਿੱਚ ਉਹਨਾਂ ਦੀ ਲੀਨਤਾ ਰਹਿੰਦੀ ਹੈ। ਹੁਕਮ ਨ ਜਾਣੇ ਬਪੜੇ, ਭੂਲੇ ਫਿਰੇ ਗਵਾਰ। ਕਈ ਐਸੇ ਵਿਚਾਰੇ ਮੂਰਖ ਹਨ ਜੋ ਪਰਮਾਤਮਾ ਦਾ ਹੁਕਮ ਨਹੀਂ ਸਮਝਦੇ। ਉਹ ਮਾਇਆ ਦੇ ਮੋਹ ਦੇ ਕਾਰਨ ਕੁਰਾਹੇ ਪੈ ਕੇ ਭਟਕਦੇ ਫਿਰਦੇ ਹਨ। ਮਨ ਹਟ ਕਰਮ ਕਮਾਉਂਦੇ, ਨਿਤ ਨਿਤ ਹੋਏ ਖੁਆਰ। ਉਹ ਗੁਰੂ ਦਾ ਆਸਰਾ ਛੱਡ ਕੇ ਆਪਣੇ ਮਨ ਦੇ ਹੱਟ ਨਾਲ ਕਈ ਕਿਸਮ ਦੇ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਹਨ, ਪਰ ਵਿਕਾਰਾਂ ਵਿੱਚ ਫਸੇ ਹੋਏ ਸਦਾ ਖੁਆਰ ਹੁੰਦੇ ਹਨ। ਅੰਤਰ ਸ਼ਾਂਤ ਨਾ ਵੀ ਨਾ ਸੱਚ ਲੱਗੇ ਪਿਆਰ। ਉਹਨਾਂ ਦੇ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ, ਨਾ ਹੀ ਉਹਨਾਂ ਦਾ ਸਦਾ ਸਥਿਰ ਪ੍ਰਭੂ ਵਿੱਚ ਪਿਆਰ ਬਣਦਾ ਹੈ। ਗੁਰਮੁਖੀਆਂ ਮੂੰਹ ਸੋਹਣੇ, ਗੁਰ ਕੈ ਹੇਤ ਪਿਆਰ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮੂੰਹ ਨਾਮ ਦੀ ਲਾਲੀ ਨਾਲ ਸੋਹਣੇ ਲੱਗਦੇ ਹਨ, ਕਿਉਂਕਿ ਉਹ ਗੁਰੂ ਦੇ ਪ੍ਰੇਮ ਵਿੱਚ, ਗੁਰੂ ਦੇ ਪਿਆਰ ਵਿੱਚ ਟਿਕੇ ਰਹਿੰਦੇ ਹਨ। ਸੱਚੀ ਭਗਤੀ ਸੱਚ ਰਤੇ, ਦਰ ਸੱਚੇ ਸਚਿਆਰ। ਉਹ ਪ੍ਰਭੂ ਦੀ ਸਦਾ ਸਥਿਰ ਰਹਿਣ ਵਾਲੀ ਭਗਤੀ ਕਰਦੇ ਹਨ। ਉਹ ਸਦਾ ਸਥਿਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ। ਇਸ ਵਾਸਤੇ ਉਹ ਸਦਾ ਸਥਿਰ ਪ੍ਰਭੂ ਦੇ ਦਰ 'ਤੇ ਸੁਰਖਰੂ ਹੁੰਦੇ ਹਨ। ਆਏ ਸੇ ਪ੍ਰਵਾਨ ਹੈ, ਸਭ ਕੁਲ ਕਾ ਕਰਹਿ ਉਧਾਰ। ਉਹਨਾਂ ਬੰਦਿਆਂ ਦਾ ਹੀ ਜਗਤ ਵਿੱਚ ਆਉਣਾ ਕਬੂਲ ਹੈ। ਉਹ ਆਪਣੀ ਸਾਰੀ ਕੁਲ ਦਾ ਵੀ ਪਾਰ ਉਤਾਰ ਕਰ ਲੈਂਦੇ ਹਨ। ਸਭ ਨਦਰੀ ਕਰਮ ਕਮਾਉਂਦੇ, ਨਦਰੀ ਬਾਹਰ ਨਾ ਕੋਏ। ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ। ਸਾਰੇ ਜੀਵ ਪਰਮਾਤਮਾ ਦੀ ਨਿਗਾਹ ਅਨੁਸਾਰ ਹੀ ਕਰਮ ਕਰਦੇ ਹਨ। ਉਸ ਦੀ ਨਿਗਾਹ ਤੋਂ ਬਾਹਰ ਕੋਈ ਜੀਵ ਨਹੀਂ, ਭਾਵ ਕੋਈ ਜੀਵ ਪਰਮਾਤਮਾ ਤੋਂ ਆਕੀ ਹੋ ਕੇ ਕੁਝ ਨਹੀਂ ਕਰ ਸਕਦਾ। ਜੈਸੀ ਨਦਰ ਕਰ ਦੇਖੈ ਸੱਚਾ, ਤੈਸਾ ਹੀ ਕੋ ਹੋਏ। ਸਦਾ ਸਥਿਰ ਰਹਿਣ ਵਾਲਾ ਪ੍ਰਭੂ ਜਿਹੋ ਜਿਹੀ ਨਿਗਾਹ ਕਰਕੇ ਕਿਸੇ ਜੀਵ ਵੱਲ ਵੇਖਦਾ ਹੈ, ਉਹ ਜੀਵ ਇਹੋ ਜਿਹਾ ਬਣ ਜਾਂਦਾ ਹੈ। ਨਾਨਕ ਨਾਮ ਵਡਿਆਈਆਂ ਕਰਮ ਪ੍ਰਾਪਤ ਹੋਏ। ਹੇ ਨਾਨਕ, ਉਸ ਦੀ ਮਿਹਰ ਦੀ ਨਜ਼ਰ ਨਾਲ ਜਿਹੜਾ ਮਨੁੱਖ ਉਸ ਦੇ ਨਾਮ ਵਿੱਚ ਜੁੜਦਾ ਹੈ, ਉਸ ਨੂੰ ਵਡਿਆਈਆਂ ਮਿਲਦੀਆਂ ਹਨ, ਪਰ ਉਸ ਦਾ ਨਾਮ ਉਸ ਦੀ ਬਖਸ਼ਿਸ਼ ਨਾਲ ਹੀ ਮਿਲਦਾ ਹੈ। ਸ੍ਰੀ ਰਾਗ ਮਹਿਲਾ ਤੀਜਾ। ਗੁਰਮੁਖ ਨਾਮ ਧਿਆਈਐ, ਮਨ ਮੁਖ ਬੂਝ ਨਾ ਪਾਏ। ਗੁਰੂ ਦੀ ਸ਼ਰਨ ਪਿਆ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ। ਆਪਣੇ ਮਨ ਦੇ ਪਿੱਛੇ ਤੁਰਿਆਂ ਸਿਮਰਨ ਦੀ ਸੂਝ ਨਹੀਂ ਪੈਂਦੀ। ਗੁਰਮੁਖ ਸਦਾ ਮੁਖ ਉਜਲੇ, ਹਰ ਵਸਿਆ ਮਨ ਆਏ। ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ, ਉਹ ਲੋਕ ਪਰਲੋਕ ਵਿੱਚ ਸਦਾ ਸੁਰਖਰੂ ਰਹਿੰਦੇ ਹਨ। ਉਹਨਾਂ ਦੇ ਮਨ ਵਿੱਚ ਪਰਮਾਤਮਾ ਆ ਵਸਦਾ ਹੈ ਅਤੇ ਉਹਨਾਂ ਦੇ ਅੰਦਰ ਆਤਮਿਕ ਡੋਲਤਾ ਬਣ ਜਾਂਦੀ ਹੈ। ਸਹਿਜੇ ਹੀ ਸੁਖ ਪਾਈਐ, ਸਹਿਜੇ ਰਹੇ ਸਮਾਏ। ਆਤਮਿਕ ਡੋਲਤਾ ਦੇ ਰਾਹੀਂ ਹੀ ਆਤਮਿਕ ਆਨੰਦ ਮਿਲਦਾ ਹੈ। ਗੁਰੂ ਦੀ ਸ਼ਰਨ ਪਿਆ ਮਨੁੱਖ ਸਦਾ ਆਤਮਿਕ ਡੋਲਤਾ ਵਿੱਚ ਲੀਨ ਰਹਿੰਦਾ ਹੈ। ਭਾਈ ਰੇ ਦਾਸਨ ਦਾਸਾ ਹੋਏ। ਹੇ ਭਾਈ, ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣ। ਗੁਰ ਕੀ ਸੇਵਾ ਗੁਰ ਭਗਤ ਹੈ, ਬਿਰਲਾ ਪਾਏ ਕੋਈ ਰਹਾਉ। ਇਹੀ ਹੈ ਗੁਰੂ ਦੀ ਦੱਸੀ ਸੇਵਾ, ਇਹ ਹੈ ਗੁਰੂ ਦੀ ਦੱਸੀ ਭਗਤੀ। ਇਹ ਦਾਤ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਮਿਲਦੀ ਹੈ। ਰਹਾਉ। ਸਦਾ ਸੁਹਾਗ ਸੁਹਾਗਣੀ, ਜੇ ਚੱਲੇ ਸਤਿਗੁਰ ਭਾਏ। ਜਿਹੜੀਆਂ ਜੀਵ ਇਸਤਰੀਆਂ ਗੁਰੂ ਦੇ ਪ੍ਰੇਮ ਵਿੱਚ ਟਿਕ ਕੇ ਜੀਵਨ ਰਾਹ 'ਤੇ ਤੁਰਦੀਆਂ ਹਨ, ਉਹ ਪਰਮਾਤਮਾ
ਉਹ ਪਤੀ ਦੀ ਪ੍ਰਸੰਨਤਾ ਦੀ ਸੁਭਾਗਤਾ ਵਾਲੀਆਂ ਬਣ ਜਾਂਦੀਆਂ ਹਨ। ਉਹਨਾਂ ਦੀ ਇਹ ਸੁਭਾਗਤਾ ਸਦਾ ਕਾਇਮ ਰਹਿੰਦੀ ਹੈ। ਸਦਾ ਫਿਰ ਨਿਸ਼ਚਲ ਪਾਈਆਂ ਨਾ ਉਹ ਮਰੇ ਨਾ ਜਾਏ। ਗੁਰੂ ਦੀ ਸੰਨ ਪਿਆ ਉਹ ਪਤੀ ਪ੍ਰਭੂ ਮਿਲ ਪੈਂਦਾ ਹੈ, ਜੋ ਸਦਾ ਅਟਲ ਹੈ, ਜੋ ਨਾ ਮਰਦਾ ਹੈ ਨਾ ਕਦੇ ਜੰਮਦਾ ਹੈ। ਸ਼ਬਦ ਮਿਲੀ ਨਾ ਵਿਛੜੈ ਫਿਰ ਕੈ ਅੰਕ ਸਮਾਏ। ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਪ੍ਰਭੂ ਵਿੱਚ ਮਿਲਦੀ ਹੈ, ਉਹ ਮੁੜ ਉਸ ਤੋਂ ਵਿਛੜਦੀ ਨਹੀਂ। ਉਹ ਸਦਾ ਪ੍ਰਭੂਪਤੀ ਦੀ ਗੋਦ ਵਿੱਚ ਸਮਾਈ ਰਹਿੰਦੀ ਹੈ। ਹਰ ਨਿਰਮਲ ਅਤ ਉਜਲਾ ਬਿਨ ਗੁਰ ਪਾਇਆ ਨਾ ਜਾਏ। ਪਰਮਾਤਮਾ ਪਵਿੱਤਰ ਸਰੂਪ ਹੈ, ਬਹੁਤ ਹੀ ਪਵਿੱਤਰ ਸਰੂਪ ਹੈ। ਗੁਰੂ ਦੀ ਸੰਨ ਤੋਂ ਬਿਨਾਂ ਉਸ ਨਾਲ ਮਿਲਾਪ ਨਹੀਂ ਹੋ ਸਕਦਾ। ਪਾੜ ਪੜ੍ਹੇ ਨਾ ਬੂਝਈ ਭੇਖੀ ਭਰਮ ਭੁਲਾਏ। ਜਿਹੜਾ ਮਨੁੱਖ ਧਾਰਮਿਕ ਪੁਸਤਕਾਂ ਦਾ ਨਿਰਾ ਪਾਠ ਹੀ ਪੜ੍ਹਦਾ ਹੈ, ਉਸ ਇਸ ਭੇਦ ਨੂੰ ਨਹੀਂ ਸਮਝਦਾ। ਨਿਰੇ ਧਾਰਮਿਕ ਭੇਖਾਂ ਨਾਲ ਸਗੋਂ ਭਟਕਲਾਂ ਵਿੱਚ ਪੈ ਕੇ ਕੁਰਾਹੇ ਪੈ ਜਾਂਦਾ ਹੈ। ਗੁਰਮਤਿ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ। ਗੁਰੂ ਦੇ ਮੱਤ 'ਤੇ ਤੁਰ ਕੇ ਹੀ ਸਦਾ ਪਰਮਾਤਮਾ ਮਿਲਦਾ ਹੈ ਅਤੇ ਮਨੁੱਖ ਦੀ ਜੀਭ ਵਿੱਚ ਪਰਮਾਤਮਾ ਦੇ ਨਾਮ ਦਾ ਸਵਾਦ ਟਿਕਿਆ ਰਹਿੰਦਾ ਹੈ। ਮਾਇਆ ਮੋਹ ਚੁਕਾਇਆ ਗੁਰਮਤਿ ਸਹਿਜ ਸੁਭਾਏ। ਜਿਹੜਾ ਮਨੁੱਖ ਗੁਰੂ ਦੀ ਮੱਤ ਅਨੁਸਾਰ ਤੁਰਦਾ ਹੈ, ਉਹ ਆਪਣੇ ਅੰਦਰੋਂ ਮਾਇਆ ਦਾ ਮੋਹ ਮੁਕਾ ਲੈਂਦਾ ਹੈ। ਉਹ ਆਤਮਿਕ ਅਟੋਲਤਾ ਵਿੱਚ ਟਿਕ ਜਾਂਦਾ ਹੈ। ਉਹ ਪ੍ਰਭੂ ਦੇ ਪ੍ਰੇਮ ਵਿੱਚ ਲੀਨ ਰਹਿੰਦਾ ਹੈ। ਬਿਨ ਸ਼ਬਦੇ ਜਗ ਦੁਖੀਆ ਫਿਰੈ ਮਨ ਮੁਖ ਨੂੰ ਗਈ ਖਾਏ। ਗੁਰੂ ਦੇ ਸ਼ਬਦ ਤੋਂ ਬਿਨਾਂ ਜਗਤ ਮਾਇਆ ਦੇ ਮੋਹ ਦੇ ਕਾਰਨ ਦੁਖੀ ਫਿਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਗ੍ਰਸੀ ਰੱਖਦੀ ਹੈ। ਸਭ ਦੇ ਨਾਮ ਧਿਆਈਐ ਸਭ ਦੇ ਸੱਚ ਸਮਾਏ। ਗੁਰੂ ਦੇ ਸ਼ਬਦ ਦੇ ਰਾਹੀਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ। ਗੁਰੂ ਦੇ ਸ਼ਬਦ ਦੇ ਰਾਹੀਂ ਹੀ ਸਦਾ ਸਿਰ ਪ੍ਰਭੂ ਵਿੱਚ ਲੀਨ ਰਹਿ ਸਕੀਦਾ ਹੈ। ਮਾਇਆ ਭੁੱਲੇ ਸਿੱਧ ਫਿਰੈ ਸਮਾਧ ਨਾ ਲੱਗੇ ਸੁਭਾਏ। ਸਧਾਰਨ ਬੰਦੇ ਤਾਂ ਕਿਤੇ ਰਹੇ, ਯੋਗ ਸਾਧਨਾ ਵਿੱਚ ਪੁੱਗੇ ਹੋਏ ਯੋਗੀ ਮਾਇਆ ਦੇ ਪ੍ਰਭਾਵ ਹੇਠ ਕੁਰਾਹੇ ਪਏ ਭਟਕਦੇ ਫਿਰਦੇ ਹਨ। ਪ੍ਰਭੂ ਪ੍ਰੇਮ ਵਿੱਚ ਉਹਨਾਂ ਦੀ ਸੁਰਤ ਨਹੀਂ ਜੁੜਦੀ। ਤੀਨੇ ਲੋਏ ਵਿਆਪਤ ਹੈ ਅਧਿਕ ਰਹੀ ਲਪਟਾਏ। ਇਹ ਮਾਇਆ ਤਿੰਨੇ ਭਵਨਾਂ ਵਿੱਚ ਹੀ ਗਲਬਾ ਪਾ ਰਹੀ ਹੈ। ਸਭ ਜੀਵਾਂ ਨੂੰ ਹੀ ਬਹੁਤ ਚਿੰਬੜੀ ਹੋਈ ਹੈ। ਬਿਨ ਗੁਰ ਮੁਕਤ ਨਾ ਪਾਈਐ ਨਾ ਦਵਿਧਾ ਮਾਇਆ ਜਾਏ। ਗੁਰੂ ਦੀ ਸੰਨ ਤੋਂ ਬਿਨਾਂ ਮਾਇਆ ਤੋਂ ਖਲਾਸੀ ਨਹੀਂ ਮਿਲ ਸਕਦੀ। ਮਾਇਆ ਦੇ ਪ੍ਰਭਾਵ ਦੇ ਕਾਰਨ ਪੈਦਾ ਹੋਇਆ ਵਿਤਕਰਾ ਵੀ ਦੂਰ ਨਹੀਂ ਹੁੰਦਾ। ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਰਮ ਕਮਾਏ। ਜੇ ਪੁੱਛੋ ਕਿ ਮਾਇਆ ਕਿਸ ਚੀਜ਼ ਦਾ ਨਾਮ ਹੈ, ਮਾਇਆ ਦਾ ਕੀ ਸਰੂਪ ਹੈ, ਜੀਵਾਂ ਉੱਤੇ ਪ੍ਰਭਾਵ ਪਾ ਕੇ ਉਹਨਾਂ ਦੇ ਰਾਹੀਂ ਮਾਇਆ ਕਿਹੜੇ ਕੰਮ ਕਰਦੀ ਹੈ। ਦੁੱਖ ਸੁੱਖ ਇਹੋ ਜਿਉ ਵੱਧ ਹੈ ਹਉਮੈ ਕਰਮ ਕਮਾਏ। ਤਾਂ ਉੱਤਰ ਇਹ ਹੈ ਕਿ ਮਾਇਆ ਦੇ ਪ੍ਰਭਾਵ ਹੇਠ ਇਹ ਜੀਵ ਦੁੱਖ ਦੀ ਨਿਵ੍ਰਿੱਤੀ ਵਿੱਚ ਅਤੇ ਸੁੱਖ ਦੀ ਲਾਲਸਾ ਵਿੱਚ ਬੱਝਾ ਰਹਿੰਦਾ ਹੈ ਅਤੇ ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ ਦੀ ਪ੍ਰੇਰਨਾ ਵਿੱਚ ਹੀ ਸਾਰੇ ਕੰਮ ਕਰਦਾ ਹੈ। ਬਿਨ ਸ਼ਬਦ ਦੇ ਭਰਮ ਨਾ ਚੂਕੀ ਨਾ ਵਿੱਚੋਂ ਹਉਮੈ ਜਾਏ। ਗੁਰੂ ਦੇ ਸ਼ਬਦ ਤੋਂ ਬਿਨਾਂ ਜੀਵ ਦੀ ਇਹ ਭਟਕਣਾ ਮੁੱਕਦੀ ਨਹੀਂ, ਨਾ ਹੀ ਇਸ ਦੇ ਅੰਦਰੋਂ ਮੈਂ ਮੇਰੀ ਦੀ ਪ੍ਰੇਰਨਾ ਦੂਰ ਹੁੰਦੀ ਹੈ। ਬਿਨ ਪ੍ਰਤੀਤੀ ਭਗਤ ਨਾ ਹੋਵੀ ਬਿਨ ਸ਼ਬਦ ਦੇ ਥਾਏ ਨਾ ਪਾਏ। ਗੁਰੂ ਦੇ ਸ਼ਬਦ ਤੋਂ ਬਿਨਾਂ ਮਨੁੱਖ ਦੇ ਅੰਦਰ ਪ੍ਰਭੂ ਚਰਨਾਂ ਦੀ ਪ੍ਰੀਤ ਪੈਦਾ ਨਹੀਂ ਹੁੰਦੀ ਅਤੇ ਪ੍ਰੀਤ ਤੋਂ ਬਿਨਾਂ ਜੀਵ ਪਾਸੋਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਪਰਮਾਤਮਾ ਦੇ ਦਰ 'ਤੇ ਜੀਵ ਕਬੂਲ ਨਹੀਂ ਹੁੰਦਾ। ਸ਼ਬਦ ਦੇ ਹਉਮੈ ਮਾਰੀਏ ਮਾਇਆ ਕਾ ਭਰਮ ਜਾਏ। ਗੁਰੂ ਦੇ ਸ਼ਬਦ ਦੇ ਰਾਹੀਂ ਹੀ ਹਉਮੈ ਮਨ ਵਿੱਚੋਂ ਮਾਰੀ ਜਾ ਸਕਦੀ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਾਇਆ ਦੇ ਪ੍ਰਭਾਵ ਪ੍ਰੇਰਨਾ ਤੋਂ ਪੈਦਾ ਹੋਈ ਭਟਕਣਾ ਦੂਰ ਹੁੰਦੀ ਹੈ। ਨਾਮ ਪਦਾਰਥ ਪਾਈਏ ਗੁਰਮੁਖ ਸਹਿਜ ਸੁਭਾਏ। ਗੁਰੂ ਦੀ ਸੰਨ ਪਿਆ ਪਰਮਾਤਮਾ ਨਾਮ ਕੀਮਤੀ ਪਦਾਰਥ ਮਿਲਦਾ ਹੈ। ਆਤਮਿਕ ਅਡੋਲਤਾ ਵਿੱਚ ਤੇ ਪ੍ਰਭੂ ਪ੍ਰੇਮ ਵਿੱਚ ਸਮਾਈ ਹੁੰਦੀ ਹੈ।
ਬਿਨ ਗੁਰ ਗੁਣ ਨਾ ਜਾਪਣੀ, ਬਿਨ ਗੁਣ ਭਗਤ ਨਾ ਹੋਏ। ਗੁਰੂ ਦੀ ਸ਼ਰਨ ਤੋਂ ਬਿਨਾਂ ਉੱਚੇ ਆਤਮਿਕ ਜੀਵਨ ਦੇ ਗੁਣਾਂ ਦੀ ਕਦਰ ਨਹੀਂ ਪੈਂਦੀ ਅਤੇ ਆਤਮਿਕ ਜੀਵਨ ਵੱਲੋਂ ਗੁਣਾਂ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਭਗਤ ਵਿਸ਼ਲ ਹਰ ਮਨ ਵਸਿਆ, ਸਹਿਜ ਮਿਲਿਆ ਪਰ ਵਸੋਏ। ਗੁਰੂ ਦੇ ਸ਼ਬਦ ਦੇ ਰਾਹੀਂ ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਮਨੁੱਖ ਦੇ ਮਨ ਵਿੱਚ ਵਸਦਾ ਹੈ। ਆਤਮਿਕ ਅਡੋਲਤਾ ਪ੍ਰਾਪਤ ਹੁੰਦੀ ਹੈ। ਆਤਮਿਕ ਅਡੋਲਤਾ ਵਿੱਚ ਟਿਕਿਆ ਉਹ ਪ੍ਰਭੂ ਮਿਲ ਪੈਂਦਾ ਹੈ। ਨਾਨਕ ਸ਼ਬਦੈ ਹਰ ਸਲਾਹੀਐ, ਕਰਮ ਪ੍ਰਾਪਤ ਹੋਏ। ਹੇ ਨਾਨਕ, ਗੁਰੂ ਦੇ ਸ਼ਬਦ ਦੇ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ, ਪਰ ਇਹ ਦਾਤ ਉਸ ਦੀ ਮਿਹਰ ਨਾਲ ਹੀ ਮਿਲਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।